ਸਿੰਘਾਂ ਦਾ ਵੈਰੀ ਦਲ ਨੂੰ ਚੀਰ ਕੇ ਨਿਕਲ ਜਾਣਾ ਅਤੇ ਅੱਗ ਦੇ ਦਰਿਆ ਵਿੱਚ ਦੀ ਹੋ ਤੁਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸਰਦਾਰਾਂ ਨੇ ਮਤਾ ਪਕਾਇਆ ਕਿ ਹੁਣ ਤਾਂ ਇੱਕੋ ਦਾਉ ਰਹਿ ਗਿਆ ਹੈ ਕਿ ਇੱਥੇ ਖਲੋ ਬੱਝ ਕੇ ਨਾ ਲੜਿਆ ਜਾਵੇ। ਜਿਵੇਂ ਵੀ ਹੋ ਸਕੇ ਵੈਰੀਆਂ ਨੂੰ ਚੀਰ ਕੇ ਵਿੱਚ ਦੀ ਨਿਕਲਣ ਦੀ ਕਰੀਏ ਤੇ ਦਰਿਆ ਟੱਪ ਕੇ ਮਾਲਵੇ ਦੇ ਦੇਸ਼ ਚੱਲ ਵੜੀਏ। ਕੋਈ ਕਹੇ ਚਫੇਰੇ ਲੱਖੂ ਨੇ ਤੋਪਾਂ ਬੀੜੀਆਂ ਹੋਈਆਂ ਹਨ, ਕਿਸੇ ਪਾਸੇ ਨਿਕਲਣ ਲਈ ਕੋਈ ਰਾਹ ਜਾਂ ਵਿੱਥ ਨਹੀਂ ਹੈ। ਕੋਈ ਕਹੇ ਕਿ ਧਾ ਕੇ ਦਰਿਆ ਵਿੱਚ ਚੱਲ ਵੜੋ ਤੇ ਘੋੜਿਆਂ ਤੋਂ ਉਤਰ ਕੇ ਘੋੜਿਆਂ ਦੀ ਧੌਣ ਦੇ ਵਾਲ ਫੜ ਕੇ ਤਰ ਕੇ ਪਾਰ ਹੋ ਜਾਈਏ। ਕੋਈ ਸਲਾਹ ਦੇਵੇ ਕਿ ਜਿਸ ਪਾਸੇ ਫੌਜ ਥੋੜੀ ਹੈ ਉਸ ਪਾਸੇ ਨੂੰ ਨਿਕਲ ਚਲੀਏ। ਕਿਸੇ ਨੇ ਇਹ ਰਾਏ ਦਿੱਤੀ ਕਿ ਮੁੜ ਪਹਾੜੀ ਹੀ ਚੜੋ। ਇਹ ਗੱਲਾਂ ਸੁਣ ਕੇ ਸਰਦਾਰ ਸੁੱਖਾ ਸਿੰਘ ਜੀ ਨੇ ਕਿਹਾ ਕਿ ਸਭ ਕਮਜ਼ੋਰ ਦਲੀਲਾਂ ਹਨ ਤੇ ਇਹਨਾਂ ਨੂੰ ਇੱਥੇ ਹੀ ਛੱਡੋ। ਹੁਣ ਸਿੱਧਾ ਹੋ ਕੇ ਡਟੋ ਤੇ ਦੁਸ਼ਮਣ ਨਾਲ ਮੱਥਾ ਜੋੜੋ। ਆਓ ਮੈਂ ਅੱਗੇ ਲੱਗਦਾ ਹਾਂ, ਜਾਨਾਂ ਪਿਆਰੀਆਂ ਨਾ ਕਰੋ, ਸਗੋਂ ਤਲੀ ਤੇ ਟਿਕਾ ਕੇ ਮੇਰੇ ਮਗਰ ਆਓ। ਇਹ ਕਹਿ ਕੇ ਘੋੜਾ ਛੇੜ ਕੇ ਉਹ ਮੂਹਰੇ ਹੋ ਕੇ ਕਸੀਸ ਵੱਟ ਕੇ ਜ਼ੋਰਦਾਰ ਧਾਵਾ ਬੋਲ ਦਿੱਤਾ। ਵੈਰੀ ਨੂੰ ਇਸ ਦੀ ਉਮੀਦ ਨਹੀਂ ਸੀ। ਇਸ ਅਚਨਚੇਤ ਹੱਲੇ ਨੇ ਦੁਸ਼ਮਣ ਦੀਆਂ ਸਫਾਂ ਖਿੰਡਾ ਦਿੱਤੀਆਂ। ਸਿੰਘਾਂ ਦੀ ਤਲਵਾਰ ਨੇ ਕਾਲ ਦਾ ਰੂਪ ਧਾਰ ਲਿਆ। ਉਹ ਵੈਰੀ ਨੂੰ ਮਾਰਦੇ ਕੱਟਦੇ ਚੀਰਦੇ ਹੋਏ ਦੁਸ਼ਮਣਾਂ ਦੀਆਂ ਤੋਪਾਂ ਤੇ ਸੈਨਿਕਾਂ ਦੇ ਸੰਘਣੇ ਪਰਿਆਂ ਵਿੱਚ ਦੀ ਨਿਕਲ ਗਏ। ਜਿਨ੍ਹਾਂ ਦੇ ਘੋੜੇ ਜ਼ਖਮੀ ਸਨ ਜਾਂ ਆਪ ਘਾਇਲ ਸਨ ਉਹ ਪਿੱਛੇ ਰਹਿ ਗਏ ਤੇ ਵੈਰੀ ਨੇ ਉਹਨਾਂ ਨੂੰ ਘੇਰ ਕੇ ਉਹਨਾਂ ਤੇ ਹੱਲਾ ਬੋਲ ਦਿੱਤਾ। ਜਿਹੜਾ ਵੀ ਸਿੰਘ ਵੈਰੀ ਦੇ ਹੱਥ ਆਇਆ ਕਤਲ ਕੀਤਾ ਗਿਆ। ਜਿਸ ਪਾਸੇ ਨੂੰ ਸਰਦਾਰ ਸੁੱਖਾ ਸਿੰਘ ਜੀ ਨਿਕਲੇ ਉਹਨਾਂ ਦੇ ਮਗਰ ਲਖਪਤ ਵੀ ਲੱਗ ਤੁਰਿਆ। ਪੁੱਤਰ ਦੀ ਮੌਤ ਨੇ ਉਸ ਨੂੰ ਹੋਰ ਵੀ ਕਰੋਧ ਚੜਾ ਦਿੱਤਾ ਸੀ, ਪਰ ਉਹ ਸਿੰਘਾਂ ਨੂੰ ਰੋਕ ਨਾ ਸਕਿਆ। ਉਹ ਲੜਦੇ ਭਿੜਦੇ ਅੱਗੇ ਨਿਕਲ ਗਏ ਤੇ ਝੱਲ ਬੇਲੇ ਵਿੱਚ ਜਾ ਵੜੇ। ਹੁਣ ਰਾਤ ਪੈ ਗਈ ਸੀ ਤੇ ਸਿੰਘ ਬੇਲੇ ਵਿੱਚ ਗਾਇਬ ਹੋ ਚੁੱਕੇ ਸਨ। ਪਿੱਛੇ ਆ ਰਹੀ ਵੈਰੀ ਸੈਨਾ ਸਿੰਘਾਂ ਨੂੰ ਹੱਥੋਂ ਨਿਕਲ ਗਿਆ ਜਾਣ ਨਿਰਾਸ਼ ਹੋ ਕੇ ਵਾਪਸ ਮੋੜ ਆਈ। ਇਸ ਦਿਨ ਸਿੰਘਾਂ ਦਾ ਵੀ ਬਹੁਤ ਨੁਕਸਾਨ ਹੋਇਆ ਸੀ। ਇਸ ਤੋਂ ਪਹਿਲਾਂ ਖਾਲਸੇ ਦਾ ਇੱਕ ਦਿਨ ਵਿੱਚ ਕਦੀ ਇੰਨਾ ਨੁਕਸਾਨ ਨਹੀਂ ਸੀ ਹੋਇਆ। ਸਿੰਘਾਂ ਨੇ ਇਸ ਘਟਨਾ ਨੂੰ ਘੱਲੂਘਾਰੇ ਦਾ ਨਾਂ ਦਿੱਤਾ। ਇਹ ਪਹਿਲਾ ਘੱਲੂਘਾਰਾ ਸੀ। ਇਹ ਵਾਕਿਆ 2 ਜੇਠ 1803 ਬਿਕਰਮੀ ਦਾ ਹੈ। ਸਿੰਘਾਂ ਨੇ ਰਾਤ ਸਮੇਂ ਪਰਤ ਕੇ ਫੇਰ ਹੱਲਾ ਬੋਲਿਆ। ਸੰਘਣੀ ਝੱਲ ਅੰਦਰ ਸਿੰਘ ਕਾਫੀ ਦੂਰ ਤੱਕ ਚਲੇ ਗਏ ਸਨ। ਪਿੱਛੇ ਆ ਰਹੇ ਸਿੰਘਾਂ ਨੂੰ ਰਾਤ ਦੇ ਹਨੇਰੇ ਵਿੱਚ ਗੁਪਤ ਇਸ਼ਾਰਿਆਂ ਰਾਹੀਂ ਸੇਧ ਦੇ ਕੇ ਆਪਣੇ ਟਿਕਾਣੇ ਪਾਸ ਬੁਲਾ ਲਿਆ। ਦਲ ਦੀ ਗਿਣਤੀ ਬਹੁਤ ਘਟ ਗਈ ਸੀ, ਕਿਉਂਕਿ ਅੱਜ ਦੇ ਘੋਰ ਯੁੱਧ ਵਿੱਚ ਬਹੁਤ ਸਾਰੇ ਸਿੰਘ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ। ਕੁਝ ਪਹਾੜੀ ਚੜ੍ਹਦੇ ਹੋਏ ਪਹਾੜੀਆਂ ਹੱਥੋਂ ਗੋਲੀਆਂ, ਪੱਥਰਾਂ ਤੇ ਤੀਰਾਂ ਨਾਲ ਸ਼ਹੀਦ ਹੋ ਗਏ। ਕਈ ਪਹਾੜੋਂ ਦਰਿਆ ਵਿੱਚ ਡਿੱਗ ਕੇ ਜਾਨਾਂ ਨਿਸ਼ਾਵਰ ਕਰ ਗਏ ਸਨ ਅਤੇ ਚੋਖੇ ਸਿੰਘ ਘਾਇਲ ਹੋ ਚੁੱਕੇ ਸਨ। ਭਾਵੇਂ ਇਸ ਗਹਿ ਗੱਚ ਯੁੱਧ ਵਿੱਚ ਕਿਸੇ ਇੱਕ ਧਰ ਦੀ 2 ਟੁਕ ਜਿੱਤ ਨਹੀਂ ਸੀ ਹੋਈ, ਪਰ ਫਿਰ ਵੀ ਲਖਪਤ ਦਾ ਪੱਲਾ ਭਾਰੀ ਹੀ ਰਿਹਾ ਸੀ। ਸੂਰਜ ਡੁੱਬਣ ਤੱਕ ਲੋਹੇ ਨਾਲ ਲੋਹਾ ਖੜਕਦਾ ਰਿਹਾ ਸੀ ਤੇ ਦੁਵੱਲੇ ਉੱਚੀ ਉੱਚੀ ਫੜ ਲੋ ਜਾਵੇ ਨਾ ਦੇ ਲਲਕਾਰੇ ਵੱਜਦੇ ਰਹੇ ਸਨ। ਇਸ ਹਨੇਰੇ ਦਾ ਫਾਇਦਾ ਉਠਾ ਕੇ ਸਿੰਘਾਂ ਨੇ ਆਪਣੇ ਆਪ ਨੂੰ ਸ਼ਤਰੂ ਤੋਂ ਦੂਰ ਦਰੇਡੇ ਲੈ ਜਾਣ ਦੀ ਨਹੀਂ ਸੋਚੀ। ਉਹ ਇਸ ਅਸਾਵੀਂ ਤੇ ਅਸੁਖਾਵੀਂ ਸਥਿਤੀ ਵਿੱਚ ਆਪਣੇ ਵੈਰੀ ਤੇ ਕਾਲੀ ਸੱਟ ਮਾਰਨ ਦੀ ਸੋਚ ਰਹੇ ਸਨ। ਦੂਜੇ ਪਾਸੇ ਲਖਪਤ ਮਨ ਵਿੱਚ ਖੁਸ਼ ਸੀ ਕਿ ਅਦਮੋਏ ਹੋ ਚੁੱਕੇ ਵੈਰੀ ਨੂੰ ਦਿਨ ਚੜ੍ਹਦੇ ਨਾਲ ਘੇਰ ਕੇ ਝੱਲ ਵਿੱਚ ਹੀ ਸਮਾਪਤ ਕਰ ਦਿੱਤਾ ਜਾਵੇਗਾ। ਆਪਣੀ ਅੱਜ ਦੀ ਇਸ ਕਾਫੀ ਵੱਡੀ ਕਾਮਯਾਬੀ ਦੇ ਨਸ਼ੇ ਵਿੱਚ ਆਪਣੇ ਮੁਸਾਹਿਬ ਅਫਸਰਾਂ ਤੇ ਜੰਗੀ ਸੂਰਮਿਆਂ ਨੂੰ ਇਥੋਂ ਤੱਕ ਕਹਿ ਗਿਆ ਕਿ ਜੇ ਹਨੇਰਾ ਨਾ ਹੋ ਗਿਆ ਹੁੰਦਾ ਤਾਂ ਉਸ ਟੰਡ ਖਾਲਸਾ ਪੰਥ ਲਈ ਇਹ ਆਖਰੀ ਦਿਨ ਹੋਣਾ ਸੀ। ਅੱਜ ਦਾ ਸੂਰਜ ਇਹਨਾਂ ਵਾਸਤੇ ਹਮੇਸ਼ਾ ਲਈ ਛਿਪ ਜਾਂਦਾ। ਅੱਛਾ, ਇੱਕ ਰਾਤ ਹੋਰ ਜੀਉ ਲੈਣ, ਕੱਲ ਵਾਲਾ ਦਿਨ ਇਹਨਾਂ ਲਈ ਆਖਰੀ ਦਿਨ ਹੋਵੇਗਾ। ਇਹ ਝੱਲ ਇਹਨਾਂ ਦੀਆਂ ਲੋਥਾਂ ਨਾਲ ਅੱਟ ਦਿਆਂਗਾ। ਦੂਜੇ ਪਾਸੇ ਸਿੰਘਾਂ ਜਦ ਇੱਕ ਦੂਜੇ ਦੇ ਫੱਟ ਬੰਨ ਲਏ
ਤਾਂ ਘੋੜਿਆਂ ਦੀਆਂ ਮਾਲਸ਼ਾਂ ਕਰਕੇ ਉਹਨਾਂ ਨੂੰ ਤੇ ਆਪ ਨੂੰ ਤਾਜ਼ਾ ਦਮ ਕਰ ਲਿਆ। ਸਾਰਾ ਦਿਨ ਦੋਵੇਂ ਧਿਰਾਂ ਇੱਕ ਦੂਜੇ ਨੂੰ ਮੁਕਾ ਦੇਣ ਦੀ ਧਾਰ ਤੇ ਟੱਕਰੇ ਰਹੇ। ਸਿਰ ਤੇ ਸਰੀਰਾਂ ਤੇ ਹੋਰ ਅੰਗ ਝੜ ਝੜ ਡਿੱਗਦੇ ਰਹੇ। ਤੀਰਾਂ, ਗੋਲੀਆਂ ਤੇ ਗੋਲਿਆਂ ਦੀ ਵਰਖਾ ਹੁੰਦੀ ਰਹੀ। ਮੁਗਲ ਫੌਜਾਂ ਲਈ ਸਰਕਾਰੀ ਪ੍ਰਬੰਧ ਤਹਿਤ ਹਰ ਸੁੱਖ ਸਹੂਲਤ ਮੌਜੂਦ ਸੀ। ਉਹਨਾਂ ਦੇ ਜ਼ਖਮੀ ਸੰਭਾਲੇ ਗਏ, ਦੂਸਰਿਆਂ ਲੇੜ ਕੇ ਰਸਤਾਂ ਖਾਧੀਆਂ। ਪਰ ਸਿੰਘਾਂ ਪਾਸ ਇਸ ਹਨੇਰੇ ਵਿੱਚ ਖਾਣ ਨੂੰ ਕੀ ਸੀ? ਉਤੋਂ ਝੱਲਦਾ ਮੱਛਰ ਉਹਨਾਂ ਨੂੰ ਵੱਢ ਵੱਢ ਖਾ ਰਿਹਾ ਸੀ। ਜ਼ਖਮਾਂ ਤੇ ਭੁੱਖ ਤੇ ਨੂੰ ਨਾ ਗੌਲਦੇ ਹੋਏ ਅਕਾਲ ਪੁਰਖ ਦਾ ਕੋਟ ਕੋਟ ਧੰਨਵਾਦ ਕਰਦੇ ਸਨ ਕਿ ਉਸ ਦੇ ਭਾਣੇ ਵਿੱਚ ਦਿਨ ਸੁੱਖ ਦਾ ਬਤੀਤ ਹੋਇਆ ਹੈ। ਜੋਦੜੀ ਕੀਤੀ ਗਈ ਕਿ 4 ਪਹਿਰ ਰਾਤ ਤੇਰੇ ਭਾਣੇ ਵਿੱਚ ਸੁੱਖ ਦੇ ਗੁਜ਼ਰੇ। ਜਦ ਸਿੰਘਾਂ ਸਤਿ ਸ੍ਰੀ ਅਕਾਲ ਦਾ ਜਕਾਰਾ ਗਜਾਇਆ ਤਾਂ ਪਹਿਰ ਰਾਤ ਜਾ ਚੁੱਕੀ ਸੀ। ਸਰਦਾਰ ਸੁੱਖਾ ਸਿੰਘ ਜੋ ਅਜੇ ਵੀ ਘੋੜੇ ਉੱਤੇ ਸੀ ਤੇ ਲੱਤ ਉਸੇ ਤਰ੍ਹਾਂ ਹੀ ਕਾਠੀ ਦੇ ਹੰਨੇ ਨਾਲ ਬੰਨੀ ਹੋਈ ਸੀ, ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਿੰਘਾਂ ਨੂੰ ਕਿਹਾ, ਖਾਲਸਾ ਜੀ, ਵਾਹਿਗੁਰੂ ਨੇ ਕਿਰਪਾ ਕੀਤੀ ਹੈ ਤੇ ਬੜਾ ਸੋਹਣਾ ਮੌਕਾ ਬਖਸ਼ਿਆ ਹੈ, ਸੋ ਇਸ ਤੋਂ ਭਰਪੂਰ ਲਾਭ ਉਠਾਉਣ ਲਈ ਵੈਰੀਆਂ ਨੂੰ ਹੱਥ ਵਿਖਾਉਣ ਦਾ ਹੁਣ ਵੇਲਾ ਹੈ। ਸਾਨੂੰ ਹਰਨ ਹੋ ਗਏ ਵੇਖ ਕੇ ਇਸ ਨੂੰ ਆਪਣੀ ਜਿੱਤ ਸਮਝ ਕੇ ਨਿਸ਼ਚਿੰਤ ਹੋ ਕੇ ਖਾ ਪੀ ਕੇ ਸੌਂ ਗਏ ਹਨ। ਹੁਣ ਥਕਾਵਟ ਤੇ ਊਂਘ ਨੇ ਉਹਨਾਂ ਨੂੰ ਦਬਾਇਆ ਹੋਇਆ ਹੈ। ਸਾਡੇ ਵੱਲੋਂ ਉਹ ਬਿਲਕੁਲ ਬੇਫਿਕਰ ਹੋ ਚੁੱਕੇ ਹਨ। ਅਗਲੇ ਸਫ਼ਰ ਨੂੰ ਤੈਅ ਕਰਨ ਤੇ ਜੰਗ ਜਾਰੀ ਰੱਖਣ ਲਈ ਹੁਣ ਅਚਨਚੇਤ ਹੱਲਾ ਕਰਕੇ ਉਹਨਾਂ ਪਾਸੋਂ ਘੋੜੇ ਤੇ ਸ਼ਸਤਰ ਸੌਖਿਆਂ ਹੀ ਲਿਆ ਸਕਾਂਗੇ। ਇਹ ਰਾਏ ਸਾਰੇ ਸਿੰਘਾਂ ਨੇ ਪ੍ਰਵਾਨ ਕਰ ਲਈ। ਸਰਦਾਰ ਸੁੱਖਾ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ ਆਦਿ ਸਰਦਾਰਾਂ ਦੀ ਅਗਵਾਈ ਵਿੱਚ ਸਾਰੇ ਸਿੰਘ ਅਚਨਚੇਤ ਧਾਵਾ ਕਰਕੇ ਨੀਂਦ ਵਿੱਚ ਗਰਸੇ ਵੈਰੀਆਂ ਤੇ ਜਾ ਪਏ। ਰਾਤ ਦੇ ਹਨੇਰੇ ਵਿੱਚ ਤੇਗਾਂ ਲਿਸ਼ਕੀਆਂ ਤੇ ਅਸਮਾਨੀ ਬਿਜਲੀ ਵਾਂਗ ਸਿਰਾਂ ਤੇ ਡਿੱਗੀਆਂ। ਸੁੱਤੇ ਹੋਏ ਸਦਾ ਦੀ ਨੀਂਦ ਸੌਂ ਗਏ। ਨੇਜੇ ਸੀਨਿਆਂ ਨੂੰ ਪਾੜਦੇ ਹੋਏ ਧਰਤੀ ਵਿੱਚ ਜਾ ਖੁੱਭੇ। ਖਾਲਸੇ ਨੇ ਐਸੇ ਫੁਰਤੀਲੇ ਹੱਥ ਮਾਰੇ ਕਿ ਬੇਸ਼ੁਮਾਰਾਂ ਨੂੰ ਚੀਰ ਪਾੜ ਕੇ ਘੋੜੇ ਤੇ ਹਥਿਆਰ ਖੋਹ ਕੇ ਵੈਰੀ ਦੇ ਸੁਚੇਤ ਹੋਣ ਤੋਂ ਪਹਿਲਾਂ ਹੀ ਹਵਾ ਹੋ ਗਏ। ਪੈਦਲ ਸਿੰਘਾਂ ਨੂੰ ਘੋੜੇ ਤੇ ਸ਼ਸਤਰ ਵੰਡ ਅੱਗੇ ਨੂੰ ਚਾਲੇ ਪਾ ਦਿੱਤੇ। ਸਿੰਘਾਂ ਦੇ ਇਸ ਸ਼ਪੋਲ ਨੇ ਲਖਪਤ ਦਾ ਇਹ ਸੁਪਨਾ ਕਿ ਭਲਕ ਵਾਲੇ ਦਿਨ ਇਹਨਾਂ ਦਾ ਪੂਰਾ ਫਾਸਤਾ ਵੱਢ ਦਿਆਂਗਾ ਚਕਨਾ ਚੂਰ ਕਰ ਦਿੱਤਾ। ਪਰ ਉਹ ਛੇਤੀ ਹੀ ਮਗਰੋਂ ਖੋਜ ਕਰਦਾ ਹੋਇਆ ਸਿੰਘਾਂ ਪਿੱਛੇ ਲੱਗ ਤੁਰਿਆ। ਵੈਰੀ ਸੈਨਾ ਡਿੱਗਿਆਂ, ਢੱਠਿਆਂ ਤੇ ਘਾਇਲ ਸਿੰਘਾਂ ਉੱਤੇ ਆਪਣਾ ਗੁੱਸਾ ਕੱਢ ਰਹੀ ਸੀ। ਜੇ ਕਿਤੇ 2-4 ਸਿੰਘ ਹੱਥ ਆ ਜਾਂਦੇ ਤਾਂ ਉਹਨਾਂ ਨੂੰ ਮਾਰ ਮਕਾਉਂਦੇ। ਉਹਨਾਂ ਦੇ ਸ਼ਹੀਦ ਹੋਏ ਸਰੀਰਾਂ ਦੇ ਟੁਕੜੇ ਟੁਕੜੇ ਕਰਕੇ ਆਪਣਾ ਗੱਚ ਕੱਢਦੇ। ਵੈਰੀ ਫੌਜ ਦੇ ਜਿੰਨੇ ਵੀ ਯੋਧੇ ਦਲੇਰੀ ਕਰਕੇ ਅੱਗੇ ਵੱਧ ਕੇ ਝੱਲ ਵਿੱਚ ਵੜੇ, ਸਿੰਘਾਂ, ਤੇਗਾਂ ਤੇ ਨੇਜਿਆਂ ਨਾਲ ਝਾੜ ਸੁੱਟੇ। ਪੈਦਲ ਸਿੰਘਾਂ ਦੇ ਬਚਾਅ ਦੇ ਯਤਨ। ਦੁਸ਼ਮਣ ਪਾਸੋਂ ਖੋਹ ਕੇ ਲਿਆਂਦੇ ਘੋੜਿਆਂ ਨਾਲੋਂ ਪੈਦਲ ਸਿੰਘ ਬਹੁਤ ਜ਼ਿਆਦਾ ਸਨ। ਘੋੜਿਆਂ ਵਾਲਿਆਂ ਸਿੰਘਾਂ ਲਈ ਜ਼ਰੂਰੀ ਸੀ ਕਿ ਪੈਦਲ ਵਹੀਰ ਨੂੰ ਬਚਾ ਕੇ ਲੈ ਨਿਕਲਣ। ਸਿੱਖ ਸਰਦਾਰਾਂ ਮਤਾ ਪਕਾਇਆ ਕਿ ਵਹੀਰ ਨੂੰ ਅੱਗੇ ਕਰ, ਘੋੜਿਆਂ ਵਾਲੇ ਸਿੰਘ ਇਹਨਾਂ ਦੇ ਪਿੱਛੇ ਤੇ ਸ਼ਤਰੂ ਸੈਨਾ ਦੇ ਮੂਹਰੇ ਹੋ ਜਾਣ। ਵਹੀਰ ਅੱਗੇ ਨੂੰ ਤੁਰੀ ਜਾਵੇ। ਘੋੜ ਸਵਾਰ ਸਿੰਘ ਪਿੱਛੇ ਮੁੜ ਮੁੜ ਵੈਰੀ ਨਾਲ ਲੜਨ ਤੇ ਮਾਰ ਮਾਰ ਉਹਨਾਂ ਨੂੰ ਪਿੱਛੇ ਹਟਾਈ ਰੱਖਣ। ਦਾ ਬਚਾ ਫਿਰ ਅੱਗੇ ਨੂੰ ਤੁਰਨ। ਵੈਰੀ ਨੂੰ ਪਿਆਦਾ ਵਹੀਰ ਦੇ ਨਜ਼ਦੀਕ ਨਾ ਢੁਕਣ ਦੇਣ। ਇਹਨਾਂ ਛੋਟੇ ਝੱਲਾਂ ਵਿੱਚ ਦੁਸ਼ਮਣ ਦਾ ਕਸ ਪੈ ਜਾਵੇਗਾ ਤਾਂ ਸਾਨੂੰ ਖਰਾਬ ਕਰਨਗੇ। ਇਸ ਲਈ ਇਹਨਾਂ ਤੋਂ ਛੇਤੀ ਨਿਕਲ ਜਾਣਾ ਚਾਹੀਦਾ ਹੈ। ਇੱਕ ਵਾਰ ਵੱਡੇ ਝੱਲਾਂ ਵਿੱਚ ਜਾ ਵੜੇ ਤਾਂ ਮਾਰ ਮਾਰ ਵੈਰੀਆਂ ਨੂੰ ਸੁਰਤ ਭੁਲਾ ਦਿਆਂਗੇ। ਹੁਣ ਧਾ ਕੇ ਵੱਡੇ ਸੰਘਣੇ ਝੱਲਾਂ ਵਿੱਚ ਘੁੱਸ ਚੱਲੋ। ਪੈਦਲ ਵਹੀਰ ਨੂੰ ਸਿਰਫ ਇਸੇ ਢੰਗ ਨਾਲ ਬਚਾਇਆ ਜਾ ਸਕਦਾ ਸੀ। ਸੋ ਸਿੰਘ ਚੱਲਦੇ ਚੱਲਦੇ ਪਿੱਛੇ ਮੁੜ ਕੇ ਲੜਦੇ ਸਨ ਤੇ ਲੜਦੇ ਲੜਦੇ ਵਹੀਰ ਨੂੰ ਬਚਾਉਂਦੇ ਹੋਏ ਅਗਾਂਹ ਨੂੰ ਤੁਰੀ ਜਾਂਦੇ ਸਨ। ਲਖਪਤ ਰਾਏ ਵੀ ਫੌਜ ਲਈ ਕਾਂਗ ਵਾਂਗ ਚੜਿਆ ਆ ਰਿਹਾ ਸੀ। ਉਸ ਨੇ ਪਿੰਡਾਂ ਦੀਆਂ ਛੇੜਾਂ ਝੱਲਾਂ ਵਿੱਚ ਵਾੜ ਦਿੱਤੀਆਂ। ਮੂਹਰੇ ਢੋਲ ਵੱਜਦੇ ਤੇ ਮਗਰ ਮਗਰ ਬੰਦੂਕਾਂ, ਸੇਲੇ, ਛਵੀਆਂ, ਕੁਹਾੜੀਆਂ ਤੇ ਤਲਵਾਰਾਂ ਫੜੀ ਪਿੰਡਾਂ ਦੀਆਂ ਮੱਛਰੀਆਂ ਛੇੜਾਂ ਸਿੰਘਾਂ ਨੂੰ ਝੱਲਾਂ ਵਿੱਚੋਂ ਇੰਜ ਲੱਭਣ ਲੱਗੀਆਂ ਜਿਵੇਂ ਸ਼ਿਕਾਰੀ ਕੁੱਤੇ ਹਰਨਾਂ ਮਗਰ ਪਏ ਹੁੰਦੇ ਹਨ।
ਇਹ ਵੇਲਾ ਸਿੰਘਾਂ ਉੱਤੇ ਖਾਸ ਕਰ ਪੈਦਲ ਵਹੀਰ ਲਈ ਬੜਾ ਔਖ ਦਾ ਵੇਲਾ ਸੀ। ਪਰ ਖਾਲਸੇ ਨੇ ਸਤਿਗੁਰੂ ਨੂੰ ਧਿਆ ਕੇ ਅੱਗੇ ਵਧੀ ਜਾਂਦਿਆਂ ਮੁੜ ਮੁੜ ਕੇ ਉਹ ਹੱਲੇ ਕੀਤੇ ਕਿ ਮੁਲਖਈਏ ਦੀ ਖੁਰਲ ਹੋ ਗਈ ਤੇ ਐਸੀ ਭਗਦੜ ਮਚੀ ਕਿ ਜਿੱਧਰ ਕਿਸੇ ਦੀਆਂ ਲੱਤਾਂ ਉਸ ਨੂੰ ਲੈ ਗਈਆਂ, ਜਾਨ ਬਚਾਉਣ ਲਈ ਉਧਰ ਹੀ ਭੱਜ ਨਿਕਲਿਆ। ਢੋਲਚੀ ਵੀ ਢੋਲ ਛੱਡ ਨੱਸ ਤੁਰੇ। ਹਰ ਕੋਈ ਚਾਹੇ ਕਿ ਉਹ ਪਿੱਛੇ ਨਾ ਰਹਿ ਜਾਵੇ। ਸੱਟ ਖਾ ਕੇ ਬਿਫਰੇ ਸ਼ੇਰ ਦਾ ਮੁਕਾਬਲਾ ਕਰਨਾ ਕੋਈ ਸੌਖੀ ਖੇਡ ਨਹੀਂ ਹੁੰਦੀ। ਜਾਨਾਂ ਤਲੀ ਤੇ ਧਰ ਕੇ ਲੜਨ ਵਾਲਿਆਂ ਦੇ ਸਾਹਮਣੇ ਇਨਾਮ ਦੇ ਲਾਲਚ ਵਿੱਚ ਪਿੰਡਾਂ ਦੀਆਂ ਛੇੜਾਂ ਅਤੇ ਤਨਖਾਹਦਾਰ ਸਿਪਾਹੀਆਂ ਨੇ ਕੀ ਲੜਨਾ ਸੀ। ਸਿੰਘਾਂ ਦੇ ਤਲਵਾਰਾਂ ਧੂ ਕੇ ਤੇ ਨੇਜੇ ਸਿੰਨ ਕੇ ਰੋਹ ਵਿੱਚ ਅਕਾਲ ਅਕਾਲ ਗਜਾਉਂਦਿਆਂ ਇਹਨਾਂ ਵੱਲ ਹੋਣ ਦੀ ਦੇਰ ਸੀ ਕਿ ਸਭ ਨੂੰ ਮੂਹਰੇ ਮੌਤ ਵਿਖਾਲੀ ਦੇਣ ਲੱਗੀ। ਸਭ ਨੂੰ ਆਪੋ ਧਾਪੀ ਪੈ ਗਈ। ਉਹਨਾਂ ਨੇ ਜਾਨਾਂ ਬਚਾ ਕੇ ਡਰੇ ਹੋਏ ਭੇਡਾਂ ਦੇ ਇੱਜੜ ਵਾਂਗ ਭੱਜਣ ਦੀ ਕੀਤੀ। ਲਖਪਤ ਤੇ ਉਸ ਦੇ ਅਫਸਰਾਂ ਬਥੇਰੀ ਹੱਲਾਸ਼ੇਰੀ ਦਿੱਤੀ, ਲਾਲਚ ਤੇ ਡਰਾਵੇ ਵੀ ਦਿੱਤੇ, ਪਰ ਪਿੜੋਂ ਉਖੜਿਆਂ ਦੀ ਕੌਣ ਧੀਰ ਧਰਾਵੇ। ਸਿੰਘ ਰਾਵੀ ਕੰਢੇ ਕੰਢੇ ਵਾਪਸ ਲਾਹੌਰ ਵੱਲ ਨੂੰ। ਸਿੰਘਾਂ ਦੀ ਮਾਰ ਤੋਂ ਤਰਠਿਆ ਹੋਇਆ ਮੁਲਖਈਆ ਹੁਣ ਸਿੰਘਾਂ ਪਿੱਛੇ ਪੈਣ ਲਈ ਝੱਲ ਵਿੱਚ ਵੜਨ ਵਾਸਤੇ ਮੂੰਹ ਨਾ ਕਰੇ। ਫੌਜ ਦੇ ਹੁਣ ਕਾਫੀ ਸਵਾਰ ਤੇ ਪਿਆਦਾ ਸਿਪਾਹੀ ਝੱਲ ਵਿੱਚ ਵਾੜੇ ਗਏ। ਧਾੜਾਂ ਨੂੰ ਧੱਕ ਕੇ ਨਾਲ ਕੀਤਾ। ਕਿਸੇ ਦਾ ਦਿਲ ਸਾਥ ਨਾ ਦੇਵੇ ਕਿ ਸੰਘਣੇ ਝੱਲ ਵਿੱਚ ਅੱਗੇ ਵੱਧ ਕੇ ਸਿੰਘਾਂ ਦੇ ਗਲ ਪਵੇ। ਸਾਰਿਆਂ ਦੀ ਦਿਲੀ ਖਾਹਿਸ਼ ਸੀ ਕਿ ਝੱਲ ਵਿੱਚ ਸਿੰਘਾਂ ਤੋਂ ਖਾਸੀ ਵਿੱਥ ਤੇ ਹੀ ਰਹੇ। ਇਸ ਆਨਾਕਾਨੀ ਵਿੱਚ ਫੌਜ ਨੇ ਕਾਫੀ ਸਮਾਂ ਗਵਾ ਲਿਆ, ਜਿਸ ਤੋਂ ਲਾਭ ਉਠਾ ਕੇ ਸਿੰਘ ਬਹੁਤ ਅੱਗੇ ਵੱਧ ਗਏ ਸਨ। ਲਖਪਤ ਨੇ ਫੌਜ ਤੇ ਮੁਲਖਈਏ ਨੂੰ ਦਿਲ ਛੱਡੀ ਬੈਠੇ ਵੇਖ ਕੇ ਆਪਣਾ ਹਾਥੀ ਝੱਲ ਵਿੱਚ ਵਧਾਇਆ ਤੇ ਸਾਰਿਆਂ ਨੂੰ ਕੁਝ ਕਰ ਗੁਜ਼ਰਨ ਲਈ ਡਾਢਾ ਵੰਗਾਰਿਆ। ਇੱਕ ਵਾਰ ਜੋਸ਼ ਵਿੱਚ ਨਾਰੇ ਗੂੰਜੇ, ਜਵਾਨਾਂ ਦੇ ਸੀਨਿਆਂ ਵਿੱਚ ਤਿੱਖ ਆਈ ਤੇ ਅੱਗੇ ਵੱਧ ਤੁਰੇ। ਸਿੰਘ ਰਾਵੀ ਦੇ ਸੱਜੇ ਕੰਢੇ ਸੰਘਣੇ ਝੱਲੋ ਚੱਲ ਲਾਹੌਰ ਵੱਲ ਨੂੰ ਆ ਰਹੇ ਸਨ ਤੇ ਲਖਪਤ ਵੀ ਫੌਜਾਂ ਨੂੰ ਲਲਕਾਰਦਾ ਹੋਇਆ ਮਗਰੋਂ ਦੱਬੀ ਆ ਰਿਹਾ ਸੀ। ਪੈਦਲ ਵਹੀਰ ਤੇ ਜ਼ਖਮੀਆਂ ਕਾਰਨ ਸਿੰਘਾਂ ਵਾਸਤੇ ਦੁਸ਼ਮਣ ਨਾਲੋਂ ਕਾਫੀ ਵਿੱਥ ਤੇ ਰਹਿਣਾ ਔਖਾ ਹੋ ਰਿਹਾ ਸੀ। ਪੈਰੋ ਪੈਰ ਇਹ ਵਿੱਥ ਘਟਦੀ ਵੇਖ ਕੇ ਫੈਸਲਾ ਕੀਤਾ ਕਿ ਰਾਵੀ ਟੱਪ ਕੇ ਖੱਬੇ ਕੰਢੇ ਤੇ ਹੋ ਜਾਈਏ ਤੇ ਇਥੋਂ ਰਿਆੜਕੀ ਅਤੇ ਮਾਝੇ ਵਿੱਚ ਦੀ ਲੰਘ ਕੇ ਮਾਲਵੇ ਵਿੱਚ ਖਿੱਲਰ ਜਾਈਏ। ਜਦ ਝੱਲ ਵਿੱਚ ਦੀ ਹੋ ਕੇ ਦਰਿਆ ਦੇ ਕੰਢੇ ਤੇ ਪੁੱਜੇ ਤਾਂ ਸਿਖਰ ਦੁਪਹਿਰ ਹੋ ਚੁੱਕੀ ਸੀ। ਦੱਬ, ਕਾਹੀ ਤੇ ਸਰਕੜੇ ਦੇ ਤੁਲੇ ਬਣਾ ਕੇ ਪਾਰ ਹੋਣਾ ਆਰੰਭ ਕਰ ਦਿੱਤਾ। ਫੌਜ ਸਿੰਘਾਂ ਦੀ ਖੋਜ ਵਿੱਚ ਮਗਰ ਮਗਰ ਝੱਲ ਅੰਦਰ ਟੱਕਰਾਂ ਮਾਰਦੀ ਆ ਰਹੀ ਸੀ ਕਿ ਸਿੰਘ ਰਾਵੀ ਟੱਪ ਕੇ ਖੱਬੇ ਕੰਢੇ ਤੇ ਹੋ ਗਏ। ਇਹਨਾਂ ਦੇ ਇੰਜ ਪਾਰ ਹੋ ਜਾਣ ਦੀ ਅਜੇ ਫੌਜ ਖਬਰ ਨਹੀਂ ਸੀ ਮਿਲੀ। ਹੁਣ ਲਖਪਤ ਦੀ ਫੌਜ ਤੇ ਸਿੰਘਾਂ ਵਿਚਕਾਰ ਝੱਲ ਅਤੇ ਚੜਿਆ ਹੋਇਆ ਵਹਿੰਦਾ ਦਰਿਆ ਸੀ। ਪਰ ਸਿੰਘਾਂ ਸਿਰੋਂ ਬਿਪਤਾ ਟਲਣ ਦੀ ਥਾਂ ਸਗੋਂ ਹੋਰ ਇੱਕ ਭਿਆਨਕ ਰੂਪ ਧਾਰ ਖੜੀ ਸੀ। ਦਰਿਆ ਦੇ ਇਸ ਖੱਬੇ ਕੰਢੇ ਨਾਲ 2.5 ਕੋ 3 ਕੁ ਮੀਲ ਦੀ ਇੱਕ ਤਕੜੀ ਬਰੇਤੀ ਸੀ, ਜਿਸ ਦੀ ਰੇਤ ਜੇਠ ਦੀ ਸਿਖਰ ਦੁਪਹਿਰ ਦੀ ਗਰਮੀ ਨਾਲ ਅੰਗਿਆਰਾਂ ਵਾਂਗ ਭਖ ਰਹੀ ਸੀ। ਮਾਨੋ ਇਹ 3 ਮੀਲ ਚੌੜੀ ਗਰਮੀ ਨਾਲ ਭਖ ਰਹੀ ਲੋਹ ਸੀ, ਜਿਸ ਉੱਪਰ ਦੀ ਸਿੰਘਾਂ ਗੁਜ਼ਰਨਾ ਸੀ ਤੇ ਗੁਜ਼ਰਨਾ ਵੀ ਇਹਨਾਂ ਹੁਣੇ ਸੀ, ਕਿਉਂ ਜੋ ਸੂਰਜ ਨੀਵਾਂ ਹੋਣ ਤੇ ਰੇਤ ਕੁਝ ਠੰਡੇ ਹੋਣ ਤੱਕ ਖਲੋ ਕੇ ਉਡੀਕਣਾ ਖਤਰੇ ਤੋਂ ਖਾਲੀ ਨਹੀਂ ਸੀ। ਦੁਸ਼ਮਣ ਮੌਤ ਦਾ ਤੂਫਾਨ ਬਣ ਕੇ ਮਗਰ ਚੜਿਆ ਆ ਰਿਹਾ ਸੀ। ਸੋ ਸਿੰਘ ਅੱਗ ਦੇ ਦਰਿਆ ਵਿੱਚ ਦੀ ਹੋ ਤੁਰੇ। ਘੋੜਿਆਂ ਵਾਲੇ ਤਾਂ ਬਿਨਾਂ ਬਹੁਤੀ ਔਖ ਦੇ ਜਿਵੇਂ ਕਿਵੇਂ ਇਸ ਆਫਤ ਨੂੰ ਚੀਰਦੇ ਹੋਏ ਨਿਕਲ ਗਏ, ਪਰ ਪੈਦਲ ਸਿੰਘਾਂ ਦੇ ਨੰਗੇ ਵਾਹਣੇ ਪੈਰ ਸੜ ਸੜ ਭੜਥਾ ਹੋ ਗਏ ਤੇ ਉਹ ਲੱਗੇ ਫੁੜਕ ਕੇ ਢੇਰੀ ਆਉਣ। ਜ਼ਖਮੀ ਜੋ ਹੁਣੇ ਦਰਿਆ ਵਿੱਚੋਂ ਲੰਘਾਏ ਸਨ, ਉਹ ਦਰਿਆ ਦਾ ਪਾਣੀ ਲੱਗਣ ਨਾਲ ਫੱਟਾਂ ਵਿੱਚ ਚੀਸਾਂ ਪੈਣ ਨਾਲ ਬੇਬਲ ਹੋਏ ਪਏ ਸਨ। ਹੁਣ ਜਦ ਪੈਰ ਵੀ ਥੱਲਿਓਂ ਮਚਣ ਲੱਗੇ ਤੇ ਉਤੋਂ ਜੇਠ ਦੀ ਕੜਕਦੀ ਧੁੱਪ ਨੇ ਆਪਣਾ ਕਹਿਰ ਢਾਇਆ ਤਾਂ ਉਹ ਬੁਰੀ ਤਰ੍ਹਾਂ ਨਿਢਾਲ ਹੋ ਗਏ। ਫੱਟੜ ਵੀ ਨੰਗੇ ਪੈਰੀਂ ਤੇ ਉਹਨਾਂ ਨੂੰ ਸਹਾਰਾ ਦੇ ਕੇ ਜਾਂ ਚੁੱਕ ਕੇ ਲਈ ਆਉਂਦੇ ਸਿੰਘ ਵੀ ਨੰਗੇ ਪੈਰੀਂ। ਤਨ ਉੱਤੇ ਤਾਂ ਪੂਰੇ ਕੱਪੜੇ ਵੀ ਨਹੀਂ ਸਨ, ਪੈਰੀਂ ਜੋੜੇ ਕਿੱਥੋਂ? ਕਿਸੇ ਪਾਸ ਵਾਧੂ ਕੱਪੜੇ ਨਹੀਂ ਸਨ। ਇਸ ਬਿਪਤਾ ਮੂੰਹ ਫਸਿਆਂ ਤਨ ਤੇ ਜੋ ਥੋੜੇ ਬਹੁਤ ਕੱਪੜੇ ਸਨ
ਉਹ ਪਾੜ ਪਾੜ ਕੇ ਪੈਰਾਂ ਨੂੰ ਬੰਨੇ। ਜਦ ਬੈਠ ਕੇ ਪੈਰਾਂ ਦੁਆਲੇ ਕੱਪੜੇ ਬੰਨਣ ਤਾਂ ਹੇਠੋਂ ਪੱਟ ਤੇ ਚਿੱਤੜ ਸੜਨ। ਵੱਡੇ ਵੱਡੇ ਛਾਲੇ ਤੇ ਫਲੂਹੇ ਪੈ ਗਏ ਤੇ ਤੁਰਨੋਂ ਆਰੀ ਹੋ ਗਏ। ਕਈ ਦਿਨਾਂ ਦੇ ਢਿੱਡੋਂ ਭੁੱਖੇ, ਉਨੀਂਦਰਾ, ਥਕਾਵਟ, ਜ਼ਖਮਾਂ ਨਾਲ ਵਿੰਨੇ ਪਾਟੇ ਸਰੀਰ, ਜੇਠ ਮਹੀਨੇ ਦੀ ਕਹਿਰ ਭਰੀ ਗਰਮੀ ਤੇ ਸਾੜ ਭੁੰਨ ਕੇ ਰੱਖ ਦੇਣ ਵਾਲੀ ਲੋ, ਪੈਰਾਂ ਥੱਲੇ ਮੱਗ ਦੀ ਭੱਠੀ ਵਾਂਗ ਹੋਈ ਬਰੇਤੀ, ਪਿੱਛੇ ਪੱਥਰ ਦਿਲ ਤੇ ਬੇਰਹਿਮ ਵੈਰੀ ਹੈ ਜੋ ਮਾਰ ਮਕਾਉਣ ਲਈ ਦੱਬੀ ਆ ਰਿਹਾ ਹੈ, ਅਤੇ ਅਗਲੀ ਮੰਜ਼ਲ ਦਾ ਕੋਈ ਪਤਾ ਨਹੀਂ ਕਿ ਕਿੱਥੇ ਅਪੜਨਾ ਹੈ, ਉਥੇ ਕਿਸੇ ਖਲੋਣ ਵੀ ਦੇਣਾ ਹੈ ਕਿ ਨਹੀਂ। ਪਰ ਆਫਰੀਨ ਹੈ ਸਿੰਘਾਂ ਦੇ ਸਿਰੜ ਦੇ, ਅਕਾਲ ਪੁਰਖ ਉਤੇ ਭਰੋਸਾ ਰੱਖ ਕੇ ਆਪਣੀ ਜਿੱਤ ਦੇ ਨਿਸ਼ਚੇ ਉਤੇ ਦ੍ਰਿੜ ਕਸੀਸ ਵੱਟ ਕੇ ਤੁਰੀ ਗਏ ਤੇ ਇਸ ਦੋਜ਼ਕ ਦੀ ਅੱਗ ਦੇ ਦਰਿਆ ਨੂੰ ਸਿੰਘ ਪਾਰ ਕਰ ਗਏ। ਪਹਿਲਾ ਘੱਲੂਘਾਰਾ। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵਾੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।